Hello students, welcome back to this YouTube channel, The Quest Maths for All by Toor Sir. This is Dr. RPS Toor. ਤੁਹਾਡੇ ਸਾਰੇ ਸਟੂਡੈਂਟਸ ਦਾ ਮੈਨੂੰ ਬਹੁਤ ਹੀ ਵਾਰਮ ਰਿਸਪੌਂਸ ਮਿਲ ਰਿਹਾ ਹੈ 100% ਮੈਂ ਆਪਣਾ ਦੇ ਰਿਹਾ ਤੁਹਾਨੂੰ ਕਰਵਾਉਣ ਦੇ ਲਈ ਤੁਸੀਂ ਵੀ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਨੂੰ ਇਹ ਚੈਨਲ ਨੂੰ ਪ੍ਰਮੋਟ ਕਰੋ ਉਹਨਾਂ ਕੋਲੋਂ ਇਹ ਚੈਨਲ ਨੂੰ ਸਬਸਕ੍ਰਾਈਬ ਕਰਾਓ ਸ਼ੇਅਰ ਕਰੋ ਕਮੈਂਟਸ ਕਰੋ ਆਪਣੇ ਤੁਹਾਡੇ ਅਗਰ ਕੋਈ ਪ੍ਰੋਬਲਮਸ ਤੁਹਾਨੂੰ ਆ ਰਹੀਆਂ ਨੇ ਓਕੇ ਵੀ ਆਰ ਗੋਇੰਗ ਟੂ ਸਟਾਰਟ ਵਿਦ ਨੈਕਸਟ ਟੌਪਿਕ Hello students, welcome back to this YouTube channel The Quest Maths for All by Toor Sir. मेरे लास्ट लेक्चर ਦੇ ਵਿੱਚ we were discussing about the examples of increasing and decreasing functions ਔਰ ਉਹਨਾਂ ਦੇ ਕੀ ਫਾਰਮੂਲੇ ਨੇ ਕਿਵੇਂ ਕੁਝ ਐਗਜ਼ਾਮਪਲਸ ਆਪਾਂ ਕਰਕੇ ਦੇਖਿਆ ਸੀਗਾ ਕਿਵੇਂ ਉਹਦੇ ਫੰਕਸ਼ਨਸ ਇਨਕਰੀਜ਼ਿੰਗ ਆਉਂਦਾ ਔਰ ਡਿਕਰੀਜ਼ਿੰਗ ਆਉਂਦਾ ਔਰ ਕਿਹੜੇ ਇੰਟਰਵਲਸ ਵਿੱਚ ਆਉਂਦਾ ਤਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਕਿ ਤੁਸੀਂ ਇਹਦੇ ਐਗਜ਼ਾਮਪਲਸ ਮੈਕਸਿਮਮ ਹੋਰ ਵੀ ਪਬਲੀਕੇਸ਼ਨਸ ਦੀ ਬੁੱਕਸ ਵਿੱਚੋਂ ਟਰਾਈ ਕਰੋ ਔਰ ਤੁਹਾਨੂੰ ਅਗਰ ਸਮਝ ਨਹੀਂ ਆਉਂਦੀਆਂ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਡਾਇਰੈਕਟਲੀ WhatsApp ਦੇ ਉੱਪਰ ਦੱਸ ਵੀ ਸਕਦੇ ਹੋ ਠੀਕ ਹੈ ਔਰ ਅਗਰ ਸਿੰਸੀਅਰ ਬੱਚੇ ਹੋ ਤਾਂ ਡੈਫੀਨਿਟਲੀ ਅਗਰ ਤੁਸੀਂ ਸਿੰਸੀਅਰਲੀ ਪ੍ਰੈਕਟਿਸ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਜ਼ੂਮ ਦੀ ਕਲਾਸ ਵੀ ਦੇਵਾਂਗਾ ਠੀਕ ਹੁਣ ਆਪਾਂ ਸਟਾਰਟ ਕਰਦੇ ਹਾਂ 6.2 ਐਕਸਰਸਾਈਜ਼ ਔਨ ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਫੰਕਸ਼ਨਸ ਤਾਂ ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਦੇ ਵਿੱਚ ਜੋ ਐਗਜ਼ਾਮਪਲਸ ਕੀਤੀਆਂ ਸੀਗੀਆਂ ਉਹਦੇ ਮੁਤਾਬਕ ਤੁਹਾਨੂੰ ਜਿਹੜਾ ਹੈ ਪਹਿਲੇ ਕੁਐਸਚਨ ਤੋਂ ਲੈ ਕੇ 6th ਕੁਐਸਚਨ ਦੇ ਸਾਰੇ ਪਾਰਟਸ ਬੜੇ ਈਜ਼ੀਲੀ ਆ ਜਾਣਗੇ ਔਰ ਇਹ ਕਿਹਦੇ ਵਰਗੇ ਨੇ ਪਹਿਲਾ ਕੁਐਸਚਨ ਦੂਸਰਾ ਕੁਐਸਚਨ ਤੀਸਰਾ ਕੁਐਸਚਨ ਇਹ ਸਾਰੇ ਕੁਐਸਚਨਸ ਜਿਹੜੇ ਨੇ ਦੇਖੋ ਫਸਟ ਔਰ ਸੈਕੰਡ ਕੁਐਸਚਨ ਤਾਂ ਬੜੇ ਈਜ਼ੀਲੀ ਤੁਸੀਂ ਐਗਜ਼ਾਮਪਲ ਨੰਬਰ 7th ਵਾਂਗੂ ਕਰ ਸਕਦੇ ਹੋ ਠੀਕ ਹੈ ਸੈਕੰਡ ਕੁਐਸਚਨ ਨੂੰ ਤੁਸੀਂ ਐਗਜ਼ਾਮਪਲ 8th ਦੀ ਤਰ੍ਹਾਂ ਕਰ ਸਕਦੇ ਹੋ ਐਗਜ਼ਾਮਪਲ ਕੁਐਸਚਨ ਥਰਡ ਜੋ fx is sin x ਇਹਨੂੰ ਐਗਜ਼ਾਮਪਲ 9 ਦੀ ਤਰ੍ਹਾਂ ਕਰ ਸਕਦੇ ਹੋ ਠੀਕ ਹੈ ਇਹ ਤੁਸੀਂ ਐਸੇ ਐਕਸਰਸਾਈਜ਼ ਖੋਲ ਲਓ ਅਦਰਵਾਈਜ਼ ਤੁਹਾਨੂੰ ਇਹ ਕੁਐਸਚਨ ਜਿਹੜੇ ਨੇ 6.2 ਐਕਸਰਸਾਈਜ਼ ਦੇ ਪਹਿਲੇ ਕੁਐਸਚਨ ਤੋਂ ਲੈ ਕੇ 6th ਕੁਐਸਚਨ ਤੱਕ ਦੇ ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਇਹਦੀ ਪਿਕ ਵੀ ਪਾ ਦਾਂਗਾ ਵੈਸੇ ਤੁਹਾਡੇ ਕੋਲ ਆਪਣੀ ਟੈਕਸਟ ਬੁੱਕ ਤਾਂ ਹੋਏਗੀ ਤਾਂ ਉਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਫਸਟ ਟੂ 6 ਕੁਐਸਚਨਸ ਜੋ ਵੀ ਪਾਰਟ ਬਣਦੇ ਨੇ ਇਹ ਆਪਾਂ ਆਲਰੇਡੀ ਇਹਨਾਂ ਦੇ ਟਾਈਪ ਦੇ ਜਿਹੜੇ ਕੁਐਸਚਨਸ ਨੇ ਉਹ ਆਪਾਂ ਐਕਸਰਸਾਈਜ਼ ਆਪਣੀ ਐਗਜ਼ਾਮਪਲਸ ਵਿੱਚ ਕਰ ਚੁੱਕੇ ਹਾਂ ਤਾਂ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਵੀ ਹੈ ਤਾਂ ਵੈਸੇ ਤਾਂ ਕੋਈ ਪ੍ਰੋਬਲਮ ਆਏਗੀ ਨਹੀਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਅਗਰ ਤੁਸੀਂ ਐਗਜ਼ਾਮਪਲਸ ਮੇਰੀ ਦੁਆਰਾ ਕਰਾਈਆਂ ਹੋਈਆਂ ਜੋ ਮੈਂ ਆਪਣੇ ਲੈਕਚਰ ਵਿੱਚ ਦਿੱਤੀਆਂ ਨੇ ਉਹਨਾਂ ਨੂੰ ਧਿਆਨ ਨਾਲ ਸਮਝ ਲਓ ਔਰ ਕੁਝ ਜਿਹੜੀ ਪ੍ਰਾਈਵੇਟ ਪਬਲੀਕੇਸ਼ਨਸ ਨੇ ਉਹਨਾਂ ਦੀ ਕਿਤਾਬਾਂ ਵਿੱਚੋਂ ਵੀ ਸੋਲਵਡ ਕੁਐਸਚਨਸ ਨੂੰ ਧਿਆਨ ਨਾਲ ਕਰੋ ਇਨਕਰੀਜ਼ਿੰਗ ਡਿਕਰੀਜ਼ਿੰਗ ਦਾ ਟੌਪਿਕ ਧਿਆਨ ਨਾਲ ਸਮਝੋ ਫਿਰ ਤਾਂ ਤੁਹਾਨੂੰ ਐਗਜ਼ਾਮਪਲ ਕੋਈ ਪ੍ਰੋਬਲਮ ਨਹੀਂ ਆਏਗੀ ਵੈਸੇ ਤਾਂ ਇਸ ਐਕਸਰਸਾਈਜ਼ ਦੇ ਵਿੱਚ ਟੋਟਲੀ ਜੋ ਨੇ 19th ਕੁਐਸਚਨ ਨੇ 19 ਤਾਂ ਉਹ ਤੁਹਾਨੂੰ ਸਾਰੇ ਹੀ ਹੋ ਸਕਦੇ ਨੇ ਤੇ ਹੁਣ ਕਿਉਂਕਿ ਜੋ ਡਿਫਰੈਂਟ ਕੁਐਸਚਨਸ ਨੇ ਉਹ ਤਾਂ ਚਲੋ ਕਰਵਾਉਣ ਦਾ ਬਣਦਾ ਹੀ ਹੈ ਤਾਂ ਤੁਹਾਨੂੰ ਮੈਂ ਫਿਰ ਕਰਦਾ ਇਹਦੇ ਵਿੱਚੋਂ 7th ਕੁਐਸਚਨ ਤੋਂ ਵੀ ਸ਼ੈਲ ਗੋਇੰਗ ਟੂ ਸਟਾਰਟ ਓਕੇ so 7th question is fx is equal to y cha y ले लो cha fx ले लो log of 1 plus x minus 2x over 2 plus x और x की जो वैल्यूज ने वो -1 तो ग्रेटर देन ठीक है -1 to greater means -1 to infinity तो अपन वहाँ इंटरवल चाहे वो ਤੁਹਾਨੂੰ ਐਵੇਂ ਦੇ ਦੇਵੇ ਚਾਹੇ ਉਹ ਐ ਕਹਿ ਦੇਵੇ ਤੁਹਾਨੂੰ ਕਿ -1 to infinity ਆ ਚੀਜ਼ ਹੈ ਠੀਕ ਹੈ ਦੋਨੋਂ ਸੇਮ ਨੇ ਹੁਣ ਇਹਦਾ ਕਰਦੇ ਕੀ ਹੁੰਦੇ ਆ ਡੈਰੀਵੇਟਿਵ ਕੱਢ ਲਓ ਬਸ log of 1 plus x ਦਾ ਡੈਰੀਵੇਟਿਵ 1 plus x और ਇੱਥੇ u by v ਫਾਰਮੂਲਾ ਲੱਗ ਜਾਏਗਾ 2 plus x ਦਾ ਹੋਲ ਸਕੁਆਇਰ 2 plus x as it is 2x ਦਾ ਡੈਰੀਵੇਟਿਵ 2 minus 2x ਡੈਰੀਵੇਟਿਵ 2x देखो 2 plus x as it is ਰੱਖਿਆ 2x ਦਾ ਡੈਰੀਵੇਟਿਵ 2 ਫਿਰ 2x ਨੂੰ as it is ਰੱਖਾਂਗੇ और 2 plus x ਦਾ ਡੈਰੀਵੇਟਿਵ 1 राइट और ਇੱਥੇ ਆਇਆ 1 plus x minus 2 plus x ਦਾ whole square 2x will cancel out 2 and 2 you will get 4 ਹੁਣ ਇੱਥੇ LCM ਲੈ ਲਓ ਇਹ ਆ ਗਿਆ 1 plus x into 2 plus x ਦਾ whole square ਇੱਧਰ ਮਲਟੀਪਲਾਈ ਹੋ ਗਿਆ ਇਹ ਆ ਜਾਏਗਾ 4 plus x square plus 4x minus 4 minus 4x ਆ ਚੀਜ਼ ਆ ਗਈ ਇਹਦੇ ਨਾਲ ਮਲਟੀਪਲਾਈ ਕਰ ਲਿਆ ਹੈ ਨਾ ਇਹਦੇ ਅੰਦਰ ਮਲਟੀਪਲਾਈ ਕਰ ਯਾਨੀ ਕਿ ਐਲਸੀਐਮ ਲੈ ਲਿਆ अब 4 will cancel with this minus 4x will cancel with this you will left in the numerator x square and in the denominator
1 plus x 2 plus x whole square. This is your dy by dx, right? ਇਹਨੂੰ ਹੁਣ ਆਪਾਂ ਕੱਢ ਕੇ ਰੱਖ ਲਿਆ, ਨੰਬਰ 1 ਮੰਨ ਲੈਂਦੇ ਹਾਂ। ਲੇਕਿਨ ਹੁਣ ਆਪਾਂ ਉਹ x ਦੀ ਵੈਲਿਊਜ਼ ਕੱਢਣੀਆਂ ਨੇ ਜੋ ਇਸ ਇੰਟਰਵਲ ਨੂੰ ਬ੍ਰੇਕ ਕਰਨਗੇ, ਕਿਉਂਕਿ ਇੰਟਰਵਲਸ ਪਤਾ ਕਰਨੇ ਨੇ ਨਾ ਕਿ ਇਹ ਹਰ ਇੱਕ ਇੰਟਰਵਲ ਕਹਿ ਕੀ ਰਿਹਾ ਹੈ ਕੁਐਸਚਨ ਦੇ ਵਿੱਚ, ਸ਼ੋ ਦੈਟ ਦ ਫੰਕਸ਼ਨ ਇਜ਼ ਐਨ ਇਨਕਰੀਜ਼ਿੰਗ ਫੰਕਸ਼ਨ ਆਫ x ਥਰੂਆਊਟ ਇਟਸ ਡੋਮੇਨ। पूरी डोमेन ਦੇ ਵਿੱਚ ਇਹ ਇੰਟਰਵਲ ਜੋ ਫੰਕਸ਼ਨ ਹੈ ਉਹ ਆਪਣਾ ਇਨਕਰੀਜ਼ਿੰਗ ਹੈ, ਇਹ ਪ੍ਰੂਵ ਕਰਕੇ ਦਿਖਾਣਾ ਹੈ। ਲੇਕਿਨ ਫਿਰ ਉਹ ਇੰਟਰਵਲ ਨੂੰ ਬ੍ਰੇਕ ਤਾਂ ਕਰਾਂਗੇ ਨਾ ਆਪਾਂ ਲੈ ਕੇ ਵੀ ਇਹਦੇ 'ਚ x ਦੀ ਕਿਹੜੀ ਵੈਲਿਊਜ਼ ਨੇ ਜੋ ਇਹਨੂੰ ਇੰਟਰਵਲ ਨੂੰ ਬ੍ਰੇਕ ਕਰਦੀਆਂ ਨੇ, ਔਰ ਉਹ ਦੋਨੋਂ ਜਾਂ ਤਿੰਨੋਂ ਇੰਟਰਵਲਸ ਦੇ ਵਿੱਚ ਵੀ ਫੰਕਸ਼ਨ ਦਾ ਕੀ ਨੇਚਰ ਹੈ, ਠੀਕ ਹੈ। ਤਾਂ ਹੀ ਥਰੂ ਆਊਟ ਵਰਡ ਲਿਖਾਂਗੇ ਨਾ। ਤਾਂ ਇੱਥੇ ਹੁਣ ਫਿਰ ਕੀ ਕਰਦੇ ਹੁੰਦੇ ਆ, ਬਸ ਜੋ ਆਪਣੇ ਕੋਲ ਡੈਰੀਵੇਟਿਵ ਆਉਂਦਾ ਹੈ ਉਹਨੂੰ ਇੱਕ ਵਾਰੀ 0 ਦੇ ਬਰਾਬਰ ਪੁੱਟ ਕਰਕੇ you will get the values of x। तो x ਦੀ ਵੈਲਿਊ 0 ਆ ਗਈ ਇੱਥੇ, ਕਿਉਂਕਿ क्रॉस ਮਲਟੀਪਲੀਕੇਸ਼ਨ ਹੋ ਗਿਆ ਤਾਂ ਖਤਮ ਹੋ ਜਾਏਗਾ। x ਸਕੁਅਰ ਇਜ਼ ਇਕੁਅਲ ਟੂ 0 ਮੀਨਸ x ਗ੍ਰੇਟਰ ਇਕੁਅਲ ਟੂ 0। ਤਾਂ ਹੁਣ ਆ ਨੰਬਰ ਲਾਈਨ ਹੈ, ਨੰਬਰ ਲਾਈਨ ਦੇ ਉੱਪਰ ਆਪਣੇ ਇੰਟਰਵਲ ਕੀ ਦਿੱਤਾ ਹੋਇਆ ਸੀਗਾ, -1 ਤੋਂ ਸਟਾਰਟ ਕਰਕੇ प्लस इन्फिनिटी तक, और इन बिटवीन जो इंटरवल जो ब्रेक हो रहा है दैट इज 0। तो अपने को दो इंटरवल्स आ गए, एक तो आ गया -1 to 0 ਦੇ ਵਿੱਚ, और दूसरा क्या आ जाएगा 0 और इन्फिनिटी ਦੇ ਵਿੱਚ। ਇਹ ਫਸਟ ਇੰਟਰਵਲ ਆ ਗਿਆ, ਇਹ ਸੈਕੰਡ। ਇਹਨਾਂ ਦੋਨਾਂ ਨੂੰ ਚੈੱਕ ਕਰਾਂਗੇ। ਅਗਰ ਦੋਨੋਂ ਇੰਟਰਵਲਸ ਦੇ ਵਿੱਚ ਹੀ ਫੰਕਸ਼ਨ ਜੋ ਹੈ ਉਹ ਇਨਕਰੀਜ਼ਿੰਗ ਹੈ ਤਾਂ ਆਪਾਂ ਕਹਾਂਗੇ ਕਿ ਫੰਕਸ਼ਨ ਥਰੂ ਆਊਟ ਦ ਡੋਮੇਨ ਜੋ ਹੈ ਉਹ ਇਨਕਰੀਜ਼ਿੰਗ ਫੰਕਸ਼ਨ ਹੈ, ਰਾਈਟ। ਤਾਂ ਚਲੋ ਇਹਦੇ ਵਾਸਤੇ ਚੈੱਕ ਕਰ ਲੈਂਦੇ ਆ। ਫੋਰ -1 to 0 ਦੇ ਵਿੱਚ ਹੁਣ x ਇਹਦੇ ਨਾਲ ਬਿਲੋਂਗ ਕਰ ਰਿਹਾ, ਇਹਦਾ ਮਤਲਬ ਕੀ ਹੈ, -1 is less than x, x is less than 0, ठीक है। यानी कि x ग्रेटर देन वो है -1 है। ਹੁਣ ਇਹਦੇ ਉੱਪਰ ਚੱਲਦੇ ਹਾਂ ਆਪਾਂ, ਔਰ ਆਪਣੇ ਕੋਲ dy by dx ਕੀ ਹੈ, ਆ ਹੈ, ਠੀਕ ਹੈ। ਉਹਨਾਂ ਦੋਨਾਂ ਦੀ ਵੈਲਿਊਜ਼ ਆਪਾਂ ਚੈੱਕ ਕਰਾਂਗੇ ਵੀ ਇਹਨਾਂ ਦੋਨਾਂ ਦੀ ਵੈਲਿਊਜ਼ ਦੇ ਉੱਪਰ ਜੋ ਹੈ ਇਸ ਇੰਟਰਵਲ ਦੇ ਲਈ ਕੀ ਵੈਲਿਊਜ਼ ਆ ਰਹੀਆਂ। ਤਾਂ ਹੁਣ -1 ਜੋ ਹੈ ਉਹ ਲੈਸ ਦੈਨ x ਹੈ, ਜਾਂ ਫਿਰ ਇਹਨੂੰ ਇਹ ਕਹਿ ਸਕਦੇ ਹਾਂ ਕਿ x ਜੋ ਹੈ ਉਹ ਗ੍ਰੇਟਰ ਦੈਨ -1 ਹੈ। ਤਾਂ x ਸਕੁਅਰ ਚੈੱਕ ਕਰੋ, ਤਾਂ ਜਦੋਂ x ਸਕੁਅਰ ਚੈੱਕ ਕਰਾਂਗੇ ਤਾਂ ਉਹ ਪੋਜ਼ਿਟਿਵ ਹੀ ਆਏਗਾ ਨਾ, ਪੋਜ਼ਿਟਿਵ ਹੀ ਆਏਗਾ ਕਿਉਂਕਿ -1 ਦਾ ਸਕੁਅਰ ਪੋਜ਼ਿਟਿਵ ਹੋ ਜਾਏਗਾ। ਤਾਂ x ਸਕੁਅਰ ਕੀ ਆਇਆ, ਗ੍ਰੇਟਰ ਦੈਨ 0 ਆ ਗਿਆ। ਤਾਂ ਆ ਤਾਂ ਨੂਮਰੇਟਰ ਦਾ ਗ੍ਰੇਟਰ ਦੈਨ 0 ਆ ਗਿਆ। ਹੁਣ ਨੀਚੇ ਵਾਲੇ ਚੈੱਕ ਕਰੋ, 1 plus x, दोनों पासे 1 plus x करो, दोनों पासे 1 एक जोड़ दो, कहने का मतलब है ऐसे इंटरवल दे चेक कर रहे हैं ना आप, ठीक है। तो इधर भी 1 जोड़े, इधर भी 1 जोड़े, की हो गया -1 + 1 0 हो गया ना। तो 1 plus x भी क्या आ गया, वो भी 0 तो बड़ा आ गया। हुन 2 plus x कर लो, हुन दोनों पासे 2 जोड़ दो, 2 plus x इज ग्रेटर देन 2 plus -1, तो वो की आ गया +1, दैट इज आल्सो ग्रेटर देन 0। बोलो समझ आ गया। तो 2 plus x की आया, वो भी ग्रेटर देन 0 आ गया। तो इस इंटरवल दे लई ਤੁਹਾਡੇ ਕੋਲ dy by dx क्या आया, ਨੋਮਰੇਟਰ आया पॉजिटिव, डिनोमिनेटर ਦੇ ਵਿੱਚ दोनों फैक्टर ही पॉजिटिव आए, ग्रेटर देन 0 आए, ठीक है। तो टोटल वैल्यू क्या आ गई, ग्रेटर देन 0, इंप्लाइज fx इज इंक्रीजिंग इन ਕਿਹੜੇ ਇੰਟਰਵਲ ਦੇ ਵਿੱਚ, ਆ -1 to 0 ਦੇ ਵਿੱਚ ਇਹ ਫੰਕਸ਼ਨ ਇੰਕਰੀਜ਼ਿੰਗ ਹੈ, ਓਕੇ। ਹੁਣ ਸੈਕਿੰਡ ਇੰਟਰਵਲ ਦੇ ਵਿੱਚ ਚੈੱਕ ਕਰ ਲੈਣੇ ਆ, 0 to ਇਨਫਿਨਿਟੀ ਦੇ ਵਿੱਚ। ਚਲੋ 0 to ਇਨਫਿਨਿਟੀ ਦੇ ਵਿੱਚ ਚੈੱਕ ਕਰਨ ਦੇ ਲਈ ਮੈਂ ਇੱਥੇ ਥੋੜਾ ਜਿਹਾ ਇਹਨੂੰ ਰਬ ਕਰਨਾ ਪਏਗਾ ਤਾਂ ਕਿ ਦੋਨੋਂ ਵੈਲਿਊਜ਼ ਆਪਣੇ ਸਾਹਮਣੇ ਆ ਜਾਣ, ਠੀਕ ਹੈ। ਆ dy by dx ਵੈਲਿਊ ਮੈਂ ਕੱਢ ਕੇ ਰੱਖ ਲਈ ਹੈ। ਹੁਣ ਸੈਕਿੰਡ ਦੇ ਲਈ ਆਪਾਂ ਚੈੱਕ ਕਰ ਰਹੇ ਹਾਂ ਫੋਰ 0 to ਇਨਫਿਨਿਟੀ ਦੇ ਵਿੱਚ। 0 to ਇਨਫਿਨਿਟੀ ਦਾ ਮਤਲਬ ਕੀ ਹੋਏਗਾ, x ਇਹਦੇ ਵਿੱਚ ਬਿਲੋਂਗ ਕਰ ਰਿਹਾ, x belongs to this, तो 0 is less than x, x is less than infinity, यानी कि x ਦੀ ਵੈਲਿਊ ਜੋ ਹੈ ਉਹ 0 ਤੋਂ ਵੱਡੀ ਹੈ। ਆਹੀ ਮਤਲਬ ਹੈ ਨਾ, 0 is less than x, ਤਾਂ x ਦੀ ਵੈਲਿਊ 0 ਤੋਂ ਵੱਡੀ ਹੈ। ਹੁਣ ਆ ਦੋਨੋਂ ਨੂਮਰੇਟਰ ਔਰ ਡਿਨੋਮੀਨੇਟਰ ਚੈੱਕ ਕਰੋ ਕਿ ਅਗਰ x 0 ਤੋਂ ਵੱਡਾ ਹੈ ਤਾਂ x ਸਕੁਅਰ ਵੀ ਤਾਂ 0 ਤੋਂ ਵੱਡਾ ਹੋਏਗਾ, ਤਾਂ ਆ ਵੀ ਪੋਜ਼ਿਟਿਵ ਆ ਗਿਆ। ਅਗਰ x 0 ਤੋਂ ਵੱਡਾ ਹੈ ਤਾਂ 1 plus x ਵੀ ਤਾਂ 0 ਤੋਂ ਵੱਡਾ ਹੋਏਗਾ। दोनों पासे 1 जोड़ांगे ना, तो 1 plus x is greater than 1 and 1 is greater than 0, that means 1 plus x is greater than 0, right। और न्यूमरेटर ਦਾ ਇੱਕ ਫੈਕਟਰ ਵੀ 0 ਤੋਂ ਵੱਡਾ ਆ ਗਿਆ। ਹੁਣ 1 plus x 0 ਤੋਂ ਵੱਡਾ ਹੈ ਤਾਂ 2 plus x ਵੀ ਤਾਂ 0 ਤੋਂ ਵੱਡਾ ਹੀ ਹੋਏਗਾ। ਫਿਰ
बोलो समझ आ गया। हम तीनों फैक्टर सी 0 तो बड़े आ गए, तो क्या लिखांगे dy बाय dx, नोमरेटर भी पॉजिटिव है, ठीक है, नोमरेटर पॉजिटिव और डिनोमिनेटर दे दोनों फैक्टर्स पॉजिटिव, तो टोटल क्या हो गया ग्रेटर देन 0, इंप्लाइज fx इज इंक्रीजिंग, ठीक है, इन 0 टू इनफिनिटी आल्सो, ਤਾਂ ਉਸ ਇੰਟਰਵਲ ਦੇ ਵਿੱਚ ਵੀ ਐਸ ਆ -1 to 0 ਦੇ ਵਿੱਚ ਵੀ ਇਨਕਰੀਜ਼ਿੰਗ ਹੈ, 0 to ਇਨਫਿਨਿਟੀ ਵਿੱਚ ਵੀ ਇਨਕਰੀਜ਼ਿੰਗ ਹੈ, that means -1 to infinity यानी कि throughout भी this function is increasing for this value x is greater than -1। 8th question ਦੇ ਲਈ ਤੁਹਾਨੂੰ ਉਹ find out ਕਰਨ ਨੂੰ ਕਹਿ ਰਿਹਾ ਹੈ x ਦੀ ਉਹ values ਪਤਾ ਕਰੋ ਜਿਹਦੇ ਲਈ this function is increasing, ठीक है, find x for increasing values, ਕਿਹੜੇ ਮਤਲਬ ਐਜੀ x ਦੀ ਕਿਹੜੀ values ਨੇ ਜਿਹਦੇ ਲਈ ਫੰਕਸ਼ਨ ਜੋ ਹੈ ਉਹ ਇਨਕਰੀਜ਼ਿੰਗ ਹੋਏਗਾ। 8th ਕੁਐਸਚਨ ਦੀ ਤੁਸੀਂ ਜਿਹੜੀ ਹੈ ਉਹ ਸਟੇਟਮੈਂਟ ਧਿਆਨ ਨਾਲ ਪੜੋ। ਹੁਣ ਕੀ ਕਰਨਾ ਹੈ, ਫਸਟ ਸਟੈਪ ਉਹੀ ਡੈਰੀਵੇਟਿਵ ਕੱਢ ਲਓ, ਠੀਕ ਹੈ, ਤਾਂ ਇੱਥੇ ਇਹਨੂੰ ਪਹਿਲੇ ਮਲਟੀਪਲਾਈ ਕਰ ਲੈਣੇ ਆ x² - 2x ਦਾ ਹੋਲ ਸਕੁਆਇਰ, ਹੁਣ ਆ y ਹੈ ਤਾਂ dy by dx ਦੀ ਵੈਲਿਊ ਕੀ ਹੋ ਜਾਏਗੀ 2 x² - 2x ਇਨਟੂ ਇਹਦਾ ਡੈਰੀਵੇਟਿਵ ਕਰਾਂਗੇ, ਪਹਿਲੇ ਤਾਂ ਇਹਦਾ ਕਰਤਾ ਹੈ ਨਾ ਪਾਵਰ ਵਾਲਾ ਫਾਰਮੂਲਾ, ਹੁਣ ਅੰਦਰ ਵਾਲਾ ਫੰਕਸ਼ਨ ਦਾ ਫਾਰਮੂਲਾ ਡੈਰੀਵੇਟਿਵ ਕਰਾਂਗੇ ਤਾਂ 2x - 2 ਆ ਜਾਏਗਾ, ਠੀਕ ਹੈ, ਇਹਦੇ ਵਿੱਚੋਂ x ਕਾਮਨ ਕੱਢੋ, ਇਹਦੇ ਵਿੱਚੋਂ 2 ਕਾਮਨ ਕੱਢੋ ਤਾਂ 2 × 2x ਕਾਮਨ ਆ ਗਿਆ, ਇਹਦੇ ਵਿੱਚੋਂ x ਕਾਮਨ ਕੱਢਿਆ ਨਾ ਤਾਂ x - 2 ਆ ਗਿਆ, ਇਹਦੇ ਵਿੱਚ 2 ਕਾਮਨ ਕੱਢਿਆ ਸੀਗਾ ਤਾਂ x - 1 ਆ ਗਿਆ, ਤਾਂ ਕੀ ਫੈਕਟਰ ਬਣਿਆ ਆਪਣੇ ਕੋਲ 4x × x - 1 × x - 2। ਹੁਣ x ਦੀ ਵੈਲਿਊ ਪਤਾ ਕਰਨ ਦੇ ਲਈ dy by dx ਨੂੰ ਆਪਾਂ ਕੀ ਕਰਦੇ ਹੁੰਨੇ ਆ 0 ਪੁੱਟ ਕਰਦੇ ਹੁੰਨੇ ਆ, ਇੰਪਲਾਈਜ਼ ਇਹਨੂੰ ਅਗਰ 0 ਪੁੱਟ ਕਰੋਗੇ ਤਾਂ x ਦੀ ਤਿੰਨ ਵੈਲਿਊ ਆਣਗੀਆਂ 0 1 ਐਂਡ 2। ਹੁਣ ਨੰਬਰ ਲਾਈਨ ਦੇ ਉੱਪਰ ਇਹਨੂੰ ਸੈਪਰੇਟ ਕਰਕੇ ਦੇਖੋ ਕਿ ਨੰਬਰ ਲਾਈਨ ਦੇ ਉੱਪਰ ਤੁਹਾਡੇ ਕਿੰਨੇ ਇੰਟਰਵਲਸ ਬਣ ਰਹੇ ਨੇ। ਜਦੋਂ ਤੁਹਾਨੂੰ ਇਹਦਾ ਇੰਟਰਵਲ ਨਾ ਦਿੱਤਾ ਹੋਵੇ ਨਾ ਉਹਦਾ ਮਤਲਬ ਹੁੰਦਾ ਹੈ ਕਿ ਰੀਅਲ ਨੰਬਰ ਸੈੱਟ ਹੈ, ਔਰ ਉਹ ਰੀਅਲ ਨੰਬਰ ਕਿੱਥੋਂ ਚੱਲਦੇ ਨੇ ਫਿਰ -ਇਨਫਿਨਿਟੀ ਤੋਂ ਲੈ ਕੇ +ਇਨਫਿਨਿਟੀ ਤੱਕ। ਹੁਣ ਇਹਦੇ ਵਿੱਚ ਆਪਣੇ ਕੋਲ ਕੀ ਵੈਲਿਊਜ਼ ਨੇ, ਇੱਕ ਵੈਲਿਊ ਹੈ 0, ਫਿਰ ਹੈ 1, ਫਿਰ ਹੈ 2, ਤਾਂ ਕਿੰਨੇ ਇੰਟਰਵਲ ਬਣ ਗਏ 1 2 3 ਔਰ 4 ਇੰਟਰਵਲਸ। ਕਿਹੜੇ ਇੰਟਰਵਲਸ ਬਣੇ ਨੇ -ਇਨਫਿਨਿਟੀ to 0, 0 to 1, 1 to 2 ਐਂਡ 2 to ਇਨਫਿਨਿਟੀ, ਇਹਨੇ ਸਾਰਿਆਂ ਦੇ ਚੈੱਕ ਕਰਨੇ ਆਪਾਂ, ਠੀਕ ਹੈ, ਔਰ ਆਪਣੇ ਕੋਲ ਆ ਫੈਕਟਰਸ ਨੇ ਇਹਨਾਂ ਚ ਭਰ ਕੇ ਦੇਖਾਂਗੇ। ਤਾਂ ਫਸਟ ਲੈ ਲਓ ਫਿਰ 4 -ਇਨਫਿਨਿਟੀ to 0, -ਇਨਫਿਨਿਟੀ to 0 ਦਾ ਮਤਲਬ ਕੀ ਹੋਏਗਾ ਕਿ ਸਾਰੀ 네ਗੇਟਿਵ ਵੈਲਿਊਜ਼ ਲੈਣਗੇ x, ਕਿਉਂਕਿ ਨਾ ਤਾਂ -ਇਨਫਿਨਿਟੀ ਨੂੰ ਇਨਕਲੂਡ ਕਰਨਾ ਹੈ ਨਾ 0 ਨੂੰ, ਉਹਨਾਂ ਦੇ ਇਨ ਬਿਟਵੀਨ ਕਰਨਾ ਹੈ। ਤਾਂ -ਇਨਫਿਨਿਟੀ ਔਰ 0 ਦੇ ਵਿੱਚ ਆ ਦੇਖੋ ਨੰਬਰ ਲਾਈਨ ਦੇ ਉੱਪਰ -ਇਨਫਿਨਿਟੀ to 0 ਸਾਰੀ 네ਗੇਟਿਵ ਵੈਲਿਊਜ਼ ਨੇ, ਸਾਰੀਆਂ 네ਗੇਟਿਵ, ਚਾਹੇ ਕੋਈ ਫ੍ਰੈਕਸ਼ਨ ਹੈ, ਚਾਹੇ ਇਰੈਸ਼ਨਲ ਨੰਬਰ ਹੈ, ਚਾਹੇ ਰੈਸ਼ਨਲ ਹੈ, ਚਾਹੇ ਹੋਲ ਨੰਬਰਸ ਨੇ, ਇੰਟੀਜਰਸ ਨੇ, ਨੈਚੁਰਲ ਨੰਬਰ ਨਹੀਂ ਹੈ ਕਿਉਂਕਿ ਉਹ 0 ਤੋਂ ਬਾਅਦ ਨੇ, ਠੀਕ ਹੈ, ਤਾਂ 네ਗੇਟਿਵ ਇੰਟੀਜਰਸ ਨੇ ਸਾਰੇ ਦੇ ਸਾਰੇ ਇੱਥੇ, ਔਰ 네ਗੇਟਿਵ ਨੰਬਰਸ ਨੇ, 네ਗੇਟਿਵ ਰੀਅਲ ਨੰਬਰਸ ਨੇ, ਠੀਕ ਹੈ। ਹੁਣ ਇੱਥੇ ਭਰ ਕੇ ਦੇਖਦੇ ਹਾਂ 네ਗੇਟਿਵ ਰੀਅਲ ਨੰਬਰਸ ਨੂੰ dy by dx, ਠੀਕ ਹੈ, 4 ਉਵੇਂ ਦਾ ਉਵੇਂ, x ਕਿਉਂਕਿ 네ਗੇਟਿਵ ਹੈ ਤਾਂ 네ਗੇਟਿਵ ਹੀ ਹੋ ਗਿਆ ਫਿਰ, ਠੀਕ ਹੈ, ਇੱਥੇ 네ਗੇਟਿਵ ਭਰ ਰਹੇ ਹਾਂ, 네ਗੇਟਿਵ ਵਿੱਚ 네ਗੇਟਿਵ ਜੋੜ ਰਹੇ ਹਾਂ ਤਾਂ ਕਿੰਨਾ ਆ ਗਿਆ 네ਗੇਟਿਵ ਭਰ ਰਹੇ ਹਾਂ, 네ਗੇਟਿਵ ਵੀ ਜੋੜ ਰਹੇ ਹਾਂ, 네ਗੇਟਿਵ ਉਹਦੇ ਵਿੱਚ ਜੋੜ ਰਹੇ ਹਾਂ ਤਾਂ ਕੀ ਆ ਗਿਆ 네ਗੇਟਿਵ, 3 ਟਾਈਮ 네ਗੇਟਿਵ ਨੇ ਤਾਂ ਕਿੰਨੇ ਵੈਲਿਊ ਆ ਗਈ <0 ਆ ਗਈ। <0 ਆਉਣ ਦਾ ਮਤਲਬ ਕੀ ਹੈ, ਡੈਰੀਵੇਟਿਵ ਅਗਰ <0 ਆਵੇ ਤਾਂ ਕੀ ਕਹਾਂਗੇ the given function है ना y is equal to fx, या fx कह दो या कह लो कि given function y is equal to x square minus 2x the whole square is decreasing in -infinity to 0। ਇੱਥੇ ਡਿਕਰੀਜ਼ਿੰਗ ਆਇਆ ਪਰ ਆਪਾਂ ਤਾਂ ਸਿਰਫ ਉਹੀ x ਦੀ ਵੈਲਿਊ ਦੱਸੀ ਨਾ ਜਿਹਦੇ ਵਿੱਚ ਇਨਕਰੀਜ਼ਿੰਗ ਹੋਵੇ, ਤੇ ਤੁਸੀਂ ਸਾਰਾ ਆਨਸਰ ਲਿਖਿਆ ਹੋ ਉਹ ਕੋਈ ਚੱਕਰ ਨਹੀਂ ਹੈ, ਡਿਕਰੀਜ਼ਿੰਗ ਵੀ ਲਿਖਿਆ ਹੋ, ਠੀਕ ਹੈ। ਸੈਕਿੰਡ ਆ ਜਾਓ, ਹੁਣ ਸੈਕਿੰਡ ਵਿੱਚ 0 to 1 ਵਿੱਚ ਚੈੱਕ ਕਰਨਾ ਹੈ, 4 0 और 1, 0 और 1 ਦੇ ਵਿੱਚ ਵੈਲਿਊ x ਕਿਹੜੀ ਵੈਲਿਊ ਹੁੰਦੀਆਂ ਨੇ ਪਲੱਸ ਹੁੰਦੀਆਂ ਨੇ ਨਾ, ਸਾਰੀ ਪੋਜ਼ਿਟਿਵ ਵੈਲਿਊ ਆਣਗੀਆਂ, ਲੇਕਿਨ ਇੱਕ ਤੋਂ ਛੋਟੀ ਵੈਲਿਊ ਆਣਗੀਆਂ। ਹੁਣ ਧਿਆਨ ਨਾਲ ਚੈੱਕ ਕਰੋ ਜਰਾ dy by
dx। ठीक है, आ 4 एज इट इज, x की वैल्यू पॉजिटिव है तो इत्थे पॉजिटिव, x की वैल्यू 1 तो घट है, 1 तो घट है तो 1 तो घट का मतलब है इत्थे कोई भी 1 तो घट की वैल्यू भरांगे तो नैगेटिव ही आएगा फिर, क्योंकि एक इत्थे नैगेटिव है ना, तो माइनस आ गया। हुण 1 तो घट है, आ जी वैल्यू x जी वैल्यू लेगा वो 1 तो लैस लेगा, तो 1 तो लैस वो -2 कर रहे हैं तो वो भी कितनी आ जाएगी, नैगेटिव। हुण आ पॉजिटिव है, आ दो नैगेटिव ने, तो टोटल नैगेटिव नैगेटिव प्लस 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 आ गया, तो ग्रेटर दैन 0 आ गया। ਇਹਦਾ ਕੀ मतलब ਬਣਿਆ, इंप्लाइज गिवन फंक्शन y is equal to x square minus 2x whole square is increasing। INC ना लिखो, increasing पूरा लिखो, ये तो मैं ਤੁਹਾਨੂੰ ਉਵੇਂ ਥੋੜਾ ਜਿਹਾ ਟਾਈਮ ਬਚਾਉਣ ਲਈ ਲਿਖ ਰਿਹਾ, ਤੁਸੀਂ ਪੂਰਾ ਲਿਖਣਾ ਹੈ increasing, ਆ ਲਿਖਣਾ ਪੂਰਾ ਵਰਡ increasing, ठीक है, in 0 to 1। ठीक है, ਹੁਣ थर्ड इंटरवल ਵਿੱਚ ਚੈੱਕ ਕਰ ਲਓ, 4 1 to 2, 1 to 2 ਦਾ ਮਤਲਬ ਕੀ ਹੈ ਕਿ ਇੱਕ ਤੋਂ ਵੱਡੀ ਵੈਲਿਊਜ਼ ਔਰ ਦੋ ਤੋਂ ਛੋਟੀ, ਯਾਨੀ ਕਿ ਜਿਵੇਂ 1.1 ਤੋਂ ਲੈ ਕੇ 1.9 ਤੱਕ, ਦੋ ਇਨਕਲੂਡ ਨਹੀਂ ਕਰਨਾ, 1 ਵੀ ਇਨਕਲੂਡ, ਕਿਉਂਕਿ ਓਪਨ ਇੰਟਰਵਲ ਹੈ। ਤਾਂ 1 ਔਰ 2 ਦੇ ਵਿੱਚ ਕਿਹੜੀ ਵੈਲਿਊਜ਼ ਹੋਣਗੀਆਂ, ਪੋਜ਼ਿਟਿਵ ਹੀ ਤਾਂ ਹੋਣਗੀਆਂ ਹੈ ਨਾ, ਦੋ ਤੋਂ ਛੋਟੀਆਂ ਇੱਕ ਤੋਂ ਵੱਡੀਆਂ। ਇੱਥੇ ਆ ਜਾਓ ਹੁਣ, ਚਲੋ dy by dx 4 ਐਜ਼ ਇਟ ਇਜ਼, x ਤਾਂ ਪੋਜ਼ਿਟਿਵ ਹੀ ਹੈ ਤਾਂ ਇਹ ਤਾਂ ਹੋ ਗਿਆ ਪਲਸ, एक तो वड्डी मीन्स आधा पॉजिटिव ही आएगा फिर, और दो तो छोटी, ऐसा मतलब है आ नेगेटिव आएगा, तो 2 प्लस 1 माइनस, टोटल वैल्यू भी नहीं होगी लेस देन, यानी कि dy by dx क्या आ गया, 0 तो घट है ना, 2 प्लस 1 माइनस, तो टोटल माइनस हो गया ना फिर, तो लेस देन आ गया। ऐसा की मतलब बनेगा गिवन फंक्शन इज डिक्रीजिंग, ये फिर डिक्रीजिंग आ गया किदे विच, 1 और 2 दे विच, ਤਾਂ -ਇਨਫिनिटी और 0 ਦੇ ਵਿੱਚ और 1 और 2 ਦੇ ਵਿੱਚ ਡਿਕਰੀਜ਼ਿੰਗ ਹੈ, और 0 to 1 ਦੇ ਵਿੱਚ ਅਜੇ ਤੱਕ ਇਨਕਰੀਜ਼ਿੰਗ ਹੈ। फोर्थ भी ਕੱਢ ਕੇ ਦੇਖੋ, फोर्थ ਕੀ ਹੈ ਆਪਣੇ ਕੋਲ, फोर्थ है 2 to infinity, यानी कि 2 ਤੋਂ ਵੱਡੀ ਵੈਲਿਊ और प्लस, सारी वैल्यू प्लस ने, इनफाइनाइट तक प्लस वैल्यूज ने और 2 ਤੋਂ ਵੱਡੀਆਂ वैल्यूज ने, तो dy by dx ਦੀ वैल्यू देखो फिर ਕੀ ਆਏਗੀ, ਇਹ ਤਾਂ प्लस ही है, तो 4 प्लस 2 तो ਵੱਡੀਆਂ वैल्यूज ने, 2 -1 3 -1 4 -1 ਤਾਂ प्लस रहेगा, 2 तो ਵੱਡੀ वैल्यू आ भी प्लस रहेगा, प्लस 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 की मल्टीप्लिकेशन है तो प्लस ही आएगा। इंप्लाइज गिवन फंक्शन y is equal to x square minus 2x whole square is increasing। देखो ਹੁਣ ਇਹਦੇ ਵਿੱਚ ਫਿਰ increasing आ गया, increasing in 2 to infinity, तो increasing किधे विच आया है, increasing आया है एक 0 to 1 दे विच और एक increasing आया है 2 to infinity दे विच, और decreasing आया है -infinity to 0 दे विच और 1 to 2 दे विच। This is your 8th question। 9th question is this, y is equal to 4 sin theta 2 plus cos theta minus theta is an increasing function of theta in 0 to pi by 2। ये ਤੁਹਾਨੂੰ ਦੱਸ ਰਿਹਾ ਹੈ और ਆਪਾਂ प्रूफ करके दिखाना है ਇਹਨੂੰ, ठीक है, प्रूफ करना है ਆਪਾਂ, इंक्रीजिंग INC मीन्स इंक्रीजिंग फंक्शन। तो डेरिवेटिव काट लो फिर फटाफट, dy by dx, ठीक है, u by v फार्मूला लग जाएगा, 2 plus cos थीटा दा होल स्क्वायर, ठीक है, 2 plus cos थीटा एज इट इज, ਇਹਦਾ डेरिवेटिव करांगे तो 4 cos थीटा, ठीक है, ਹੁਣ -4 sin थीटा एज इट इज, और ਇਹਦਾ डेरिवेटिव करांगे तो 2 ਦਾ 0 और cos ਦਾ ਆ ਜਾਏਗਾ माइनस साइन, ठीक। ਹੁਣ ਇਹਨਾਂ ਨੂੰ ਮਲਟੀਪਲਾਈ ਕਰ ਲਓ, ਅੱਛਾ माइनस थीटा ਦਾ ਕਿੰਨਾ ਆਏਗਾ, -1 थीटा ਦਾ थीटा ਦੇ ਰਿਸਪੈਕਟ ਵਿੱਚ डेरिवेटिव ਇਹ -1 ਨਹੀਂ ਛੱਡਣਾ ਨਾ ਆਪਾਂ। ਹੁਣ ਮਲਟੀਪਲਾਈ ਕਰ ਲਓ, ਕਿੰਨਾ ਆ ਗਿਆ, 8 cos थीटा प्लस 4 cos स्क्वायर थीटा sin स्क्वायर थीटा, तो cos स्क्वायर थीटा और sin थीटा 1 हो गया और 4 बच गया, ਇੱਥੇ ਕਿੰਨਾ ਆ ਗਿਆ, 2 plus cos थीटा ਦਾ ਹੋਲ ਸਕੁਅਰ -1, ठीक। और वैसे ਇਹਨੂੰ ਤੁਸੀਂ ਚਾਹੋ ਤਾਂ ਹੁਣੇ ਪਹਿਲੇ थीटा ਦੀ ਵੈਲਿਊ ਕੱਢ ਸਕਦੇ ਹੋ, लेकिन ਇੱਕ ਵਾਰੀ ਆਪਾਂ ਇਹਨੂੰ ਸੋਲਵ ਕਰ ਲੈਂਦੇ ਹਾਂ, ठीक है। सॉल्व करिए, यानी कि एलसीएम कढो ਇਹਦਾ, 2 plus cos थीटा ਦਾ ਹੋਲ ਸਕੁਅਰ 8
cos थीटा प्लस 4 माइनस स्क्वायर खोल रहे हैं, माइनस और माइनस करे जा रहे हैं एलसीएम लेने तो बाद, तो अंदर आ जाएगा माइनस प्लस cos स्क्वायर थीटा प्लस 4 cos ऑफ थीटा की कितना एलसीएम ले लिया, एनु अंदर मल्टीप्लाई किया, एलसीएम लेके आ चीज़ एज इट इज और अब माइनस ने तो माइनस खोल लेने हैं, अब माइनस माइनस खोलेंगे आप तो -4 कैंसिल हो जाएगा, ठीक है, और 8 cos थीटा विचों 4 cos थीटा जाएगा तो प्लस 4 cos थीटा, ठीक है, और माइनस cos स्क्वायर थीटा डिवाइडेड बाय 2 प्लस cos थीटा होल स्क्वायर। हुण ਇਹਦੇ ਵਿੱਚੋਂ ਕਿੰਨਾ ਕਾਮਨ ਆ ਰਿਹਾ ਹੈ, जस्ट होल्ड डाउन 8 cos थीटा माइनस 4 cos थीटा तो आ गया, 4 कैंसिल हो गया और माइनस तो cos थीटा कॉमन आ गया, cos थीटा कॉमन आएगा तो इधर आ गया 4 माइनस cos थीटा डिवाइडेड बाय 2 प्लस cos थीटा दा होल स्क्वायर। व्हाट इज दिस? दिस इज dy by dx। हुण थीटा ਦੀ ਉਹ ਵੈਲਿਊ ਕੱਢਣੀ ਹੈ ਜੋ ਇਸ ਇੰਟਰਵਲ ਨੂੰ ਬ੍ਰੇਕ ਕਰਦੀ ਹੋਵੇ, ਯਾਨੀ ਕਿ 0 π/2 ਦੇ ਵਿੱਚ ਦੇਖਦੇ ਆ ਕੋਈ ਵੈਲਿਊ ਆ ਰਹੀ ਹੈ ਕਿ ਨਹੀਂ ਆ ਰਹੀ, ਅਗਰ ਤਾਂ ਨਹੀਂ ਆ ਰਹੀ ਤਾਂ ਫਿਰ ਇਹ ਤਾਂ ਇਹੀ ਇੰਟਰਵਲ ਹੈ, ਅਗਰ ਆ ਰਹੀ ਹੈ ਤਾਂ ਜਿਵੇਂ ਮੰਨ ਲਓ ਕੋਈ π/4 ਆ ਰਹੀ ਹੈ ਜਾਂ π/6 ਆ ਰਹੀ ਹੈ, π/3 ਆ ਰਹੀ ਹੈ ਹਨਾ, ਕੋਈ ਨਾ ਕੋਈ ਵੈਲਿਊ ਹੋ ਸਕਦੀ ਹੈ, ਜੇ ਆ ਸਕਦਾ ਇਹਨੂੰ ਆਪਾਂ ਕੀ ਕਰਦੇ ਆ ਫਿਰ, ਹੁਣ dy by dx ਨੂੰ ਤੁਸੀਂ 0 ਪੁੱਟ ਕਰੋ ਤਾਂ ਆ ਸਾਰਾ ਸਟੈਪ ਕੀ ਹੋ ਜਾਏਗਾ, ਫਿਰ 0 ਹੋ ਜਾਏਗਾ, ਤਾਂ cos ਥੀਟਾ 4 minus cos theta divided by 2 plus cos theta whole square, this is equal to 0। तो डिनोमिनेटर का उਵੇਂ 0 हो गया, अब दो फैक्टर बचे अपने को, cos theta 0 और 4 minus cos theta 0, ठीक। ਹੁਣ 4 is equal to cos theta ਤਾਂ ਪੋਸੀਬਲ ਹੈ ਨਹੀਂ ਕਿਉਂਕਿ cos ਦੀ ਕੋਈ ਵੈਲਿਊ 4 ਨਹੀਂ ਹੁੰਦੀ ਹੈਗੀ, ਤਾਂ ਇਹ ਤਾਂ ਸਟੈਪ ਆਪਾਂ ਇੱਥੇ ਹੀ ਛੱਡਤਾ। ਹੁਣ ਇੱਥੋਂ ਕੱਢੋ cos 0 ਔਰ π/2 ਦੇ ਵਿੱਚ 0 ਕਦੋਂ ਹੁੰਦਾ ਹੈ, ਜਦੋਂ π/2 ਹੋਵੇ ਬਸ, ਕਿਉਂਕਿ ਇੰਟਰਵਲ ਹੀ π/2 ਹੈ ਨਾ, ਫਿਰ ਕੱਢ ਲਓ, ਫਿਰ ਥੀਟਾ ਦਾ ਮਤਲਬ ਕੀ ਨਿਕਲਿਆ, ਥੀਟਾ π/2 ਹੈ, ਤਾਂ ਇਹਦਾ ਮਤਲਬ ਇਸ ਇੰਟਰਵਲ ਦੇ ਵਿੱਚ ਕੋਈ ਪੁਆਇੰਟ ਨਹੀਂ ਹੈ, ਬਸ 0 ਔਰ π/2 ਹੀ ਨੇ, ਤਾਂ ਸਿਰਫ π/2 ਤੇ ਹੀ ਕੱਢਣਾ ਹੈ, ਠੀਕ ਹੈ, ਕਿ dy by dx ਹੁਣ ਕੀ ਵੈਲਿਊ ਲੈਂਦਾ ਹੈ, ਪੋਜ਼ਿਟਿਵ ਲੈਂਦਾ ਹੈ ਕਿ ਨੈਗੇਟਿਵ ਲੈਂਦਾ ਹੈ, ਠੀਕ। ਹੁਣ cos π/2 ਦਾ ਆਪਾਂ ਦੇਖ ਹੀ ਰਹੇ ਹਾਂ, ਹੁਣ 4 minus cos, ਦੇਖੋ ਥੀਟਾ π/2 ਹੈ ਨਾ, ਤੇ x belongs to 0 और π/2, ठीक, cos 0 1 और cos π/2 0, ठीक है, ਇਹਦਾ ਮਤਲਬ cos थीटा ਦੀ ਜੋ ਵੈਲਿਊ ਹੈ ਉਹ ग्रेटर देन 0 है, राइट। और 4 minus cos थीटा ਕੀ ਹੋਏਗਾ ਫਿਰ, cos थीटा 4 ਤੋਂ ਘੱਟ ਹੈ, ਹੁੰਦਾ ਹੈ ਨਾ ਐਵੇਂ, ਕਿਉਂਕਿ cos थीटा ਦੀ ਵੈਲਿਊ 4 ਨਹੀਂ ਹੁੰਦੀਆਂ, 4 ਤੋਂ ਛੋਟੀਆਂ ਹੀ ਹੋਣਗੀਆਂ ਹੈ ਨਾ, ਮੈਕਸਿਮਮ ਵੈਲਿਊ 1 ਹੀ ਹੋਏਗੀ ਹੈ ਨਾ, ਤੇ 4 ਤੋਂ ਛੋਟੀ ਹੈ, ਇਹਦਾ ਮਤਲਬ ਕੀ ਹੋਏਗਾ ਕਿ 4 minus cos थीटा that is greater than 0। ਇਹਨੂੰ ਇੱਧਰ ਲੈ ਲਓ, ਚਾਹੇ ਐਵੇਂ ਲੈ ਲਓ, cos थीटा -4 is less than 0, ਜਾਂ ਹੁਣ ਮਾਈਨਸ ਕਾਮਨ ਕਰਕੇ ਕੀ ਹੋਏਗਾ, ਸਾਈਨ ਚੇਂਜ ਹੋ ਜਾਏਗਾ, 4 minus cos थीटा is greater than 0। ਨੀਚੇ ਜਿਹੜਾ ਆ ਰਿਹਾ ਹੈ ਉਹ ਕੀ ਹੋਏਗਾ ਫਿਰ, cos थीटा 0 ਤੋਂ ਵੱਡਾ ਹੈ, ਇੰਪਲਾਈਜ਼ ਇਹਦੇ ਵਿੱਚ ਜੋ 2 ਜੋੜਾਂਗੇ ਤਾਂ ਵੀ 0 ਤੋਂ ਵੱਡਾ ਹੀ ਰਹੇਗਾ, ਸਕੁਅਰ ਕਰਾਂਗੇ ਤਾਂ ਵੀ 0 ਤੋਂ ਵੱਡਾ ਰਹੇਗਾ। ਹੁਣ ਤਿੰਨ ਸਟੈਪਸ ਜਿਹੜੇ ਆਪਣੇ ਕੋਲ ਆਏ ਉਹਦੇ ਵਾਸਤੇ ਧਿਆਨ ਨਾਲ ਦੇਖੋ, dy by dx ਕੀ ਹੈ, cos थीटा ਦਾ ਪਲੱਸ ਹੀ ਹੈ, 0 ਔਰ π/2 ਦੇ ਵਿੱਚ cos थीटा ਪੋਜ਼ਿਟਿਵ ਹੁੰਦਾ ਹੈ ਫਸਟ ਕੁਆਡਰੈਂਟ ਦੇ ਵਿੱਚ, ਤਾਂ ਆ ਹੋ ਗਿਆ ਪਲੱਸ, ਆ ਵੈਲਿਊ ਕੀ ਆਈ ਹੈ, ਇਹ ਵੀ 0 ਤੋਂ ਵੱਡੀ ਹੈ ਆ ਰਹੀ, ठीक है, आ भी प्लस होगी, नीचे वाली वैल्यू भी प्लस होगी, तो 3 प्लस आ गए, यानी कि टोटल प्लस आ गया, टोटल प्लस का मतलब है ग्रेटर देन 0 आ गया। हम डेरिवेटिव 0 तो बड़ा होवे, दिस मीन्स दैट द गिवन फंक्शन, आ तुहानू जो फंक्शन दिता होया सीगा 4 sin थीटा ओवर 2 प्लस cos थीटा इज इंक्रीजिंग, स्ट्रिक्टली इंक्रीजिंग, ठीक है, इन 0 to π/2। कितना ईजी है, डेरिवेटिव कढो, डेरिवेटिव 0 करके थीटा की वैल्यू कढ लो, थीटा की वैल्यू ऊपर चेक कर लो,
ਹੁਣ ਇੱਥੇ ਮੰਨ ਲਓ ਅਗਰ ਪਾਈ ਬਾਈ 6 ਆਂਦਾ ਤਾਂ ਇਸ ਇੰਟਰਵਲ ਨੂੰ ਦੋ ਹਿੱਸਿਆਂ 'ਚ ਵੰਡਣਾ ਪੈਂਦਾ, ਇੱਕ 0 ਟੂ ਪਾਈ ਬਾਈ 6 ਔਰ ਪਾਈ ਬਾਈ 6 ਟੂ ਪਾਈ ਬਾਈ 2, ਲੇਕਿਨ ਆਇਆ ਹੀ ਪਾਈ ਬਾਈ 2 है तो सिर्फ पाई बाई 2 ਤੇ ਹੀ ਫਿਰ ਚੈੱਕ ਕਰ ਲਿਆ। ਬੋਲੋ ਸਮਝ ਆ ਗਿਆ? ਠੀਕ ਹੈ, ਤਾਂ ਟੋਟਲ ਇੰਟਰਵਲ ਦੇ ਪਰ 0 ਟੂ ਪਾਈ ਬਾਈ 2 ਦੇ ਵਿੱਚ ਹੈ ਨਾ cos ਪੋਜ਼ਿਟਿਵ ਹੈ ਔਰ cos ਥੀਟਾ 4 ਤੋਂ ਛੋਟਾ ਹੁੰਦਾ ਹੈ, ਯਾਨੀ ਕਿ 4 cos ਥੀਟਾ 0 ਤੋਂ ਵੱਡਾ ਹੀ ਹੋਏਗਾ ਫਿਰ, है ना, और नीचे वाला भी 0 तो ਵੱਡਾ है, 3 0 ਤੋਂ ਵੱਡੇ ਆ ਗਏ, ਟੋਟਲ ਆਨਸਰ 0 ਤੋਂ ਵੱਡਾ ਆ ਗਿਆ, ਤਾਂ ਇਨਕਰੀਜ਼ਿੰਗ ਹੋਇਆ 0 ਟੂ ਪਾਈ ਬਾਈ 2 ਦੇ ਵਿੱਚ। 10th ਕੁਐਸਚਨ ਕਹਿ ਰਿਹਾ ਆਪਾਂ ਨੂੰ ਪ੍ਰੂਵ ਦੈਟ ਦਾ ਲੋਗਰਿਥਮਿਕ ਫੰਕਸ਼ਨ ਇਜ਼ ਇਨਕਰੀਜ਼ਿੰਗ ਔਨ 0 ਟੂ ਇਨਫਿਨਿਟੀ। ਤਾਂ ਲੋਗਰਿਥਮਿਕ ਫੰਕਸ਼ਨ ਕੋਈ ਵੀ ਤੁਸੀਂ ਲੈ ਲਓ, ਲੈਟ y ਇਜ਼ ਇਕੁਅਲ ਟੂ log of x, ਔਰ ਕਿਹੜੇ ਇੰਟਰਵਲ ਵਿੱਚ ਚੈੱਕ ਕਰਨਾ ਹੈ? ਓਪਨ ਇੰਟਰਵਲ ਹੈ 0 ਟੂ ਇਨਫਿਨਿਟੀ ਵਿੱਚ ਇਨਕਰੀਜ਼ਿੰਗ ਚੈੱਕ ਕਰਨਾ ਹੈ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਫਿਰ ਕੀ ਕਰਾਂਗੇ? डेरिवेटिव कर लो, dy by dx is 1 by x। ਹੁਣ 1 by x ਨੂੰ 0 ਪੁੱਟ ਕਰਕੇ implies 1 by x equal to 0 है ना, ਤਾਂ x ਇਨਫਿਨਿਟੀ ਨੂੰ ਹੀ ਅਪਰੋਚ ਕਰੇਗਾ ਨਾ ਜਦੋਂ 1 by x 0 ਹੋਏਗਾ। ਤਾਂ ਹੁਣ ਇਹਦਾ ਮਤਲਬ ਕੀ ਹੈ ਕਿ ਇਸ ਇੰਟਰਵਲ ਵਿੱਚ ਆਪਾਂ ਇਹ ਦੇਖਣਾ ਹੈ ਕਿ ਇਹ ਪੋਜ਼ਿਟਿਵ ਹੈ ਕਿ ਨਹੀਂ ਹੈ। 0 to ਇਨਫਿਨਿਟੀ ਦਾ ਮਤਲਬ ਪੋਜ਼ਿਟਿਵ ਵੈਲਿਊਜ਼ ਹੀ ਨੇ, ਹੈ ਨਾ, ਤਾਂ ਕੀ ਲਵਾਂਗੇ ਫਿਰ? because x belongs to 0 to infinity implies 1 over x is greater than 0 always in 0 to infinity. This means that dy by dx is always greater than 0 in 0 to infinity. This means that y ਦਾ ਜਾਂ ਪੂਰਾ ਕਹਿ ਸਕਦੇ ਹੋ ਤੁਸੀਂ any logarithmic function is increasing in 0 to infinity। ਆ ਸੀ ਕੁਐਸਚਨ, ਬਸ 10th ਕੁਐਸਚਨ ਜਿਹੜਾ ਸੀਗਾ। 11th ਕੁਐਸਚਨ ਦੇ ਵਿੱਚ ਤੁਹਾਨੂੰ ਦੇ ਰਿਹਾ ਹੈ ਸਟੇਟਮੈਂਟ fx ਦੀ ਵੈਲਿਊ ਦਿੱਤੀ ਹੋਈ ਹੈ x ਸਕੁਅਰ ਮਾਈਨਸ x ਪਲੱਸ 1। ਕਹਿ ਰਿਹਾ ਹੈ ਸਟੇਟਮੈਂਟ ਜਿਹੜਾ ਧਿਆਨ ਨਾਲ ਦੇਖੋ, ਪ੍ਰੂਵ ਦੈਟ ਦ ਫੰਕਸ਼ਨ fx is x ਸਕੁਅਰ ਮਾਈਨਸ x ਪਲੱਸ 1 is neither strictly increasing nor decreasing in -1 to 1। ਨਾ ਤਾਂ ਇਹ ਇਨਕਰੀਜ਼ ਕਰਦਾ ਹੈ ਨਾ ਡਿਕਰੀਜ਼ ਕਰਦਾ ਹੈ ਪੂਰੇ ਇੰਟਰਵਲ ਦੇ ਵਿੱਚ। ਠੀਕ ਹੈ, ਤਾਂ ਪੂਰੇ ਇੰਟਰਵਲ ਨੂੰ ਚੈੱਕ ਕਰਨਾ ਹੈ। ਦੇਖੋ ਨਾਈਦਰ ਇਨਕਰੀਜ਼ਿੰਗ ਨੋਰ ਇਨਕਰੀਜ਼ਿੰਗ, ਪੂਰੇ ਇਨਕਰੀਜ਼ ਦਾ ਪੂਰੇ ਇੰਟਰਵਲ ਵਿੱਚ ਅਗਰ ਚੈੱਕ ਕਰਨਾ ਹੋਵੇ ਤਾਂ ਦੋ ਪਾਰਟ ਵਿੱਚ ਪਹਿਲੇ ਡਿਵਾਈਡ ਕਰਕੇ ਦੇਖ ਲਓ। ਪਹਿਲੇ ਪਾਰਟ ਵਿੱਚ ਦੇਖੋ ਇਨਕਰੀਜ਼ ਕਰ ਰਿਹਾ ਹੈ ਕਿ ਡਿਕਰੀਜ਼ ਕਰ ਰਿਹਾ ਹੈ, ਦੂਸਰੇ ਪਾਰਟ ਵਿੱਚ ਚੈੱਕ ਕਰਕੇ ਦੇਖੋ ਕਿ ਇਨਕਰੀਜ਼ ਕਰ ਰਿਹਾ ਹੈ ਕਿ ਡਿਕਰੀਜ਼ ਕਰ ਰਿਹਾ ਹੈ। ਅਗਰ ਦੋਨਾਂ ਵਿੱਚ ਫਲਕਚੁਏਸ਼ਨ ਆ ਰਹੀ ਹੈ, ਯਾਨੀ ਕਿ ਮੰਨ ਲਓ ਕਿ ਪਹਿਲੇ ਵਿੱਚ ਇਨਕਰੀਜ਼ਿੰਗ ਹੈ ਦੂਸਰੇ ਵਿੱਚ ਡਿਕਰੀਜ਼ਿੰਗ ਹੈ, ਤਾਂ ਹੋਲ ਇੰਟਰਵਲ ਵਿੱਚ ਨਾਈਦਰ ਇਨਕਰੀਜ਼ਿੰਗ ਨੋਰ ਡਿਕਰੀਜ਼ਿੰਗ, ਫਿਰ ਤੁਸੀਂ ਕਰ ਸਕਦੇ ਹੋ। ਜਿਵੇਂ ਕਿ ਇੱਥੇ ਦੇਖੋ ਹੁਣ ਧਿਆਨ ਨਾਲ, ਪਹਿਲੇ ਫਟਾਫਟ f' ਕੱਢ ਲਓ 2x - 1। ਹੁਣ f' ਨੂੰ 0 ਪੁੱਟ ਕਰਾਂਗੇ ਤਾਂ 2x - 1 is equal to 0, x ਦੀ ਵੈਲਿਊ ਕੀ ਆ ਜਾਏਗੀ? ਹਾਫ ਆ ਜਾਏਗੀ। ਤਾਂ ਟੋਟਲ ਇੰਟਰਵਲ ਜਿਹੜਾ ਦਿੱਤਾ ਹੋਇਆ ਹੈ -1 to 1 ਉਹ ਤੁਹਾਡੇ ਦੋ ਇੰਟਰਵਲਸ ਵਿੱਚ ਵੰਡਿਆ ਗਿਆ। ਕਿਹੜੇ ਵਿੱਚ? ਇੱਕ -1 ਔਰ ਹਾਫ ਦੇ ਵਿੱਚ। ਇੱਥੇ ਹੁਣ ਚੈੱਕ ਕਰ ਲਓ ਕਿ f' ਤੁਹਾਡੇ ਕੋਲ ਕੀ ਆ ਰਿਹਾ ਹੈ। ਠੀਕ ਹੈ, तो -1 और हाफ, -1 और हाफ का मतलब की है कि नेगेटिव वैल्यूज ने और हाफ विच नहीं लेना, हाफ तो पहले वाली वैल्यू लेनी ने। हाफ का मतलब है 0.5, तो 0.4 तक तुसी वैल्यू लेनी ने। ठीक है, हुण इत्थे चेक करके देख लो सारी वैल्यूज की आउणगीਆਂ। तो पहले तो चलो नेगेटिव भरते हैं, इत्थे -1 भरो, चलो -1 तो अगे की वैल्यू भरनी ने ना आपां, है ना। -1 तो की वैल्यू आनी है इधर, इधर इधर -2 है, -3 इधर आएगा 0.9, -0.9 वो मान लेने। तो -0.9 भरांगे इत्थे तो नेगेटिव ही आएगी, है ना, f' और इधर चलते रहो -0.8, फिर इधर आ जाओ, है ना, फिर 0 भर के देखो, 0 भरांगे तो भी नेगेटिव, फिर 0.4 भर के देखो इत्थे 0.4। ठीक है, 2 इंटू 0.4 का मतलब 4/10 -1, तो आ हो गया 5। 0.8 - 1, 0.8 - 1 मीनस नेगेटिव, लेस देन वैल्यू। तो सारे वास्ते फंक्शन की वैल्यू क्या आई है? लेस देन 0 आई है। दिस मीनस fx इज डिक्रीजिंग इन -1.5। चलो हुण सैकेंड में आ जाओ, फिर 4 हाफ टू 1 दे विच कढ लैने आ। 4 हाफ टू 1 दे विच f' कढो। चलो f' कढांगे, हाफ का मतलब की है
ਹਾਫ ਤੋਂ ਅੱਗੇ ਚੱਲਣਾ ਹੈ ਨਾ, ਹਾਫ ਦੇ ਉੱਪਰ ਤਾਂ 0 ਹੋ ਜਾਏਗੀ, 2 into ਹਾਫ 1 - 1 0 ਹੋ ਗਈ, ਤਾਂ 0 ਤੋਂ ਅੱਗੇ ਚੱਲ ਰਹੇ हैं, ठीक है, 0 ਤੋਂ ਅੱਗੇ और 1 ਤੋਂ ਪਿੱਛੇ ਆ ਰਿਹਾ ਵੈਲਿਊ ਜਿਹੜੀਆਂ ਨੇ। ਤਾਂ ਇਹਦਾ ਮਤਲਬ ਕੀ ਹੈ 0.6 0.7 ਐਂਡ ਸੋ ਔਨ ਔਰ 0.9 ਆ ਸਾਰੀ ਵੈਲਿਊਜ਼ ਭਰ ਕੇ ਦੇਖੋ ਇਹਦੇ ਵਿੱਚ ਕਿੰਨੀਆਂ ਆਉਂਦੀਆਂ ਨੇ। 2 ਪਹਿਲੇ 0.6 ਭਰਦੇ ਆ, 6/10 -1 ਆ ਗਿਆ 5 ਤੇ ਇੱਥੇ ਕਿੰਨਾ ਆ ਗਿਆ 6 ਹੈ ਨਾ ਇਹ, ਤਾਂ 0.12 ਆ ਗਿਆ -1 6.5 ਨਾ, ਇਹਨੂੰ ਆਪਾਂ ਐਲਸੀਐਮ ਲੈ ਕੇ ਦੇਖੋ ਹੁਣ 6/5 -1 6 - 5/1 ਤਾਂ ਕਿੰਨੀ ਆ ਗਈ 1/5 greater than 0 ਆ ਗਈ, ਠੀਕ ਹੈ। ਤਾਂ ਵੈਲਿਊਜ਼ ਜਿਹੜੀਆਂ ਨੇ ਹੁਣ ਅੱਗੇ ਅੱਗੇ ਵੱਧਦੀ ਜਾਣਗੀਆਂ ਤੇ ਅਪ ਪੋਜ਼ਿਟਿਵ ਆਣਗੀਆਂ, ਇੰਪਲਾਈਜ਼ fx is increasing in half or 1 ਦੇ ਵਿੱਚ। ਤਾਂ ਇਸ ਇੰਟਰਵਲ ਦੇ ਵਿੱਚ -1 ਔਰ ਹਾਫ ਦੇ ਵਿੱਚ ਡਿਕਰੀਜ਼ਿੰਗ ਹੈ ਔਰ ਹਾਫ ਟੂ 1 ਦੇ ਵਿੱਚ ਇਨਕਰੀਜ਼ਿੰਗ ਹੈ, ਲੇਕਿਨ ਟੋਟਲ ਵਿੱਚ ਚੈੱਕ ਕਰਨਾ ਹੋਵੇ ਤਾਂ ਫਿਰ ਚੈੱਕ ਨਹੀਂ ਹੋਏਗਾ ਕਿਉਂਕਿ ਅੱਧੇ ਵਿੱਚ ਇਨਕਰੀਜ਼ਿੰਗ ਇੱਕ ਡਿਕਰੀਜ਼ਿੰਗ ਹੈ, ਅੱਧੇ ਵਿੱਚ ਇਨਕਰੀਜ਼ਿੰਗ ਹੈ। ਤਾਂ ਟੋਟਲ ਵਿੱਚ ਕੀ ਲਿਖਾਂਗੇ ਫਿਰ, ਨਾਈਦਰ ਇਨਕਰੀਜ਼ਿੰਗ ਨॉर ਡਿਕਰੀਜ਼ਿੰਗ। ਸਟ੍ਰਿਕਟਲੀ ਵਰਡ ਵੀ ਯੂਜ਼ ਕਰ ਰਿਹਾ ਹੋ, ਸਟ੍ਰਿਕਟਲੀ ਇਨਕਰੀਜ਼ਿੰਗ ਮਤਲਬ ਸਟ੍ਰਿਕਟਲੀ ਦਾ ਮਤਲਬ ਹੈ ਕਿ ਇੱਕ ਤਰ੍ਹਾਂ ਦਾ ਹੀ ਬਿਹੇਵੀਅਰ ਹੋਣਾ ਚਾਹੀਦਾ ਹੈ ਪੂਰੇ ਇੰਟਰਵਲ ਦੇ ਵਿੱਚ। ਅੱਧੇ ਇੰਟਰਵਲ ਵਿੱਚ ਬਿਹੇਵੀਅਰ ਕੁਝ ਹੋ ਰਿਹਾ ਹੈ, ਦੂਸਰੇ ਵਿੱਚ ਕੁਝ ਹੋ ਰਿਹਾ ਹੈ, ਇਸ ਲਈ ਨਾਈਦਰ ਸਟ੍ਰਿਕਟਲੀ ਇਨਕਰੀਜ਼ਿੰਗ nor strictly decreasing in whole interval -1 to 1 ਦੇ ਵਿੱਚ। ਆ ਸੀ ਤੁਹਾਡਾ 11th question। ਸੋ ਇਸ ਲੈਕਚਰ ਦੇ ਵਿੱਚ ਇੰਨਾ ਹੀ ਔਰ ਨੈਕਸਟ ਟਾਈਮ I shall continue from 12th question onwards up to 19. Okay, see you next time.